ਹਾਂਜੀ ਕਿਵੇਂ ਦੋਸਤੋ, ਮੈਨੂੰ ਆਸ ਆ ਤੁਸੀਂ ਸਾਰੇ ਠੀਕ ਹੋਵੋਗੇ। ਕਿਤਾਬਾਂ ਤੇ ਕਹਾਣੀਆਂ ਸੁਣਨ ਲਈ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ। ਅੱਜ ਆਪਾਂ ਸਿਮਰਨ ਲੁਧਿਆਣਵੀ ਦੀ ਗਵਾਚਾ ਬਚਪਨ ਪੜ੍ਹਾਂਗੇ। ਇਸ ਵਿੱਚ ਲੇਖਕ ਨੇ ਦੱਸਿਆ ਹੈ ਕਿਸ ਤਰ੍ਹਾਂ ਬੱਚਿਆਂ ਤੋਂ ਉਹਨਾਂ ਦਾ ਬਚਪਨ ਖੋਹ ਲਿਆ ਜਾਂਦਾ ਹੈ ਤੇ ਇੱਕ ਨਸ਼ਾ ਕਰਨ ਵਾਲੇ ਦੇ ਪਰਿਵਾਰ ਨੂੰ ਕੀ ਸਹਿਣਾ ਪਿਆ। ਚਲੋ ਹੁਣ ਸ਼ੁਰੂ ਕਰਦੇ ਹਾਂ। ਇੱਕ ਦਿਨ ਰਾਤ ਨੂੰ ਲੇਖਕ ਦੇ ਮਹੱਲੇ ਵਿੱਚ ਬਹੁਤ ਰੌਲਾ ਪੈ ਰਿਹਾ ਸੀ। ਜਦੋਂ ਉਹ ਬਾਹਰ ਜਾ ਕੇ ਦੇਖਦਾ ਤਾਂ ਕੁਝ ਹਥਿਆਰਬੰਦ ਲੋਕ ਉਸ ਦੇ ਗੁਆਂਢੀ ਜਗਜੀਤ ਦੇ ਘਰ ਦਾ ਦਰਵਾਜ਼ਾ ਭੰਨ ਰਹੇ ਹੁੰਦੇ ਹਨ ਤੇ ਬਾਕੀ ਆਂਢੀ-ਗੁਆਂਢੀ ਸਭ ਦੇਖ ਰਹੇ ਹੁੰਦੇ ਨੇ। ਇੰਨੇ ਨੂੰ ਜਗਜੀਤ ਦੇ ਘਰ ਦਾ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਆਉਂਦੀ ਹੈ। ਉਹਨਾਂ 'ਚੋਂ ਇੱਕ ਹਥਿਆਰਬੰਦ ਬੋਲਦਾ, "ਕਿੱਥੇ ਹੈ ਜਗਜੀਤ? ਕੱਢ ਬਾਹਰ ਉਹਨੂੰ, ਸਾਲਾ ਜਿਹੜੀ ਥਾਲੀ ਵਿੱਚ ਖਾਂਦਾ ਉਸੇ ਵਿੱਚ ਛੇਕ ਕਰਦਾ।" ਕੁਝ ਹਥਿਆਰਬੰਦ ਉਹਨੂੰ ਅੰਦਰ ਲੱਭਣ ਜਾਂਦੇ ਹਨ ਪਰ ਉਹਨਾਂ ਨੂੰ ਨਹੀਂ ਮਿਲਦਾ। ਜਗਜੀਤ ਦੀ ਪਤਨੀ ਨਿਮਰਤ, ਜਿਸ ਨੇ ਦਰਵਾਜ਼ਾ ਖੋਲ੍ਹਿਆ ਸੀ, ਉਸ ਨੂੰ ਕਹਿੰਦੀ ਹੈ, ਕਿੱਥੇ ਆ ਤੇਰਾ ਖਸਮ? ਦੱਸ ਕਿੱਥੇ ਲੁਕੋਇਆ?" ਨਿਮਰਤ ਪਹਿਲਾਂ ਹੀ ਡਰੀ ਖੜੀ ਸੀ। ਇਹ ਸੁਣ ਕੇ ਉਹ ਰੋਣ-ਹਾਕੀ ਹੋ ਗਈ। ਉਸਦੇ ਮੂੰਹ 'ਚੋਂ ਕੁਝ ਨਾ ਨਿਕਲਿਆ। ਉਸਦੇ ਤਿੰਨੇ ਜਵਾਕ ਉਸਦੇ ਪਿੱਛੇ ਲੁਕੇ ਸਾਰਾ ਕੁਝ ਦੇਖ ਰਹੇ ਸੀ। ਲੇਖਕ ਨੂੰ ਮਾਂ ਤੇ ਉਸਦੇ ਬੱਚਿਆਂ 'ਤੇ ਬਹੁਤ ਤਰਸ ਆ ਰਿਹਾ ਸੀ। ਉਹ ਸੋਚਦਾ ਸੀ ਪੁਲਿਸ ਨੂੰ ਫੋਨ ਕਰਕੇ ਦੱਸੇ ਕਿ ਕਿਵੇਂ ਕੁਝ ਗੁੰਡੇ ਗਰੀਬ ਪਰਿਵਾਰ ਨੂੰ ਤੰਗ ਕਰ ਰਹੇ ਨੇ। ਤਦੇ ਨਿਮਰਤ ਚੁੰਨੀ ਨਾਲ ਅੱਖਾਂ ਪੂੰਝਦੀ ਬੋਲਦੀ ਹੈ, "ਸਾਨੂੰ ਤਾਂ ਆਪ ਨਹੀਂ ਪਤਾ, ਅਸੀਂ ਤਾਂ ਆਪ 2 ਦਿਨਾਂ ਤੋਂ ਲੱਭਦੇ ਫਿਰ ਰਹੇ ਹਾਂ। ਬੇਨਤੀ ਆ ਸਾਹਿਬ ਜੀ, ਇੱਦਾਂ ਸਾਡੇ ਘਰ ਆ ਕੇ ਤਮਾਸ਼ਾ ਨਾ ਬਣਾਓ।" ਇਸੇ ਦੌਰਾਨ ਇੱਕ ਹਥਿਆਰਬੰਦ ਨਿਮਰਤ ਨੂੰ ਵਾਲਾਂ ਤੋਂ ਫੜ ਕੇ ਘਸੀੜਦਾ ਹੋਇਆ ਬਾਹਰ ਗਲੀ ਵਿੱਚ ਲੈ ਆਇਆ, ਜਿੱਥੇ ਤਮਾਮ ਹਜਾਮ ਖੜਾ ਤਮਾਸ਼ਾ ਦੇਖ ਰਿਹਾ ਸੀ। ਨਿਮਰਤ ਦਾ ਹਾਲ ਬੇਹਾਲ ਹੋ ਚੁੱਕਾ ਸੀ। ਉਸਦਾ ਜੂੜਾ ਖੁੱਲ੍ਹ ਚੁੱਕਾ ਸੀ ਤੇ ਚੁੰਨੀ ਤਮਾਸ਼ਬੀਨਾਂ ਦੇ ਪੈਰਾਂ ਵਿੱਚ ਰੋਲੀ ਜਾ ਚੁੱਕੀ ਸੀ। ਨਿਮਰਤ ਦਾ ਹਾਲ ਵੇਖ ਕੇ ਲੇਖਕ ਨੂੰ ਹਥਿਆਰਬੰਦਾਂ ਤੋਂ ਜ਼ਿਆਦਾ ਗੁੱਸਾ ਉੱਥੇ ਖੜੇ ਲੋਕਾਂ 'ਤੇ ਆ ਰਿਹਾ ਸੀ, ਜੋ ਸਭ ਕੁਝ ਦੇਖ ਕੇ ਵੀ ਕੁਝ ਨਹੀਂ ਸੀ ਕਰ ਰਹੇ। "ਹਥਿਆਰਬੰਦ ਕਿੱਥੇ ਆ? ਦੱਸਦੀ ਜਾਂ ਨਹੀਂ?" ਇੱਕ ਜ਼ੋਰਦਾਰ ਥੱਪੜ ਉਸਦੀ ਸੱਜੀ ਗੱਲ੍ਹ 'ਤੇ ਮਾਰਦਾ, ਜਿਸ ਦੀ ਗੂੰਜ ਪੂਰੇ ਇਲਾਕੇ ਵਿੱਚ ਸੁਣਾਈ ਦਿੱਤੀ। ਨਿਮਰਤ ਦੇ ਇਸ ਜ਼ੋਰ ਨੂੰ ਨਾ ਸਹਿੰਦੇ ਹੋਏ ਥੱਲੇ ਡਿੱਗ ਪਈ। ਇਸ ਥੱਪੜ ਨੇ ਲੇਖਕ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਤੇ ਉਸ ਤੋਂ ਹੋਰ ਬਰਦਾਸ਼ਤ ਨਾ ਹੋਇਆ। ਉਸਨੇ ਨਿਮਰਤ ਦੀ ਚੁੰਨੀ, ਜੋ ਹਥਿਆਰਬੰਦ ਦੇ ਪੈਰਾਂ 'ਚ ਚੁੱਕ ਕੇ ਉਸ ਨੂੰ ਦਿੱਤੀ। ਨਿਮਰਤ ਨੇ ਆਪਣੇ ਨਸਰ ਹੋ ਰਹੀ ਇੱਜ਼ਤ ਨੂੰ ਕੱਜਣਾ ਚਾਹਿਆ ਤੇ ਤਦੇ ਉਸ ਨੇ ਫਿਰ ਨਿਮਰਤ ਦੇ ਠੁੱਡਾ ਮਾਰਿਆ, ਜਿਸ ਨਾਲ ਉਸ ਦੀ ਚੁੰਨੀ ਫਿਰ ਡਿੱਗ ਗਈ ਤੇ ਉਸਦੇ ਉਭਾਰ ਨੂੰ ਨਸਰ ਕਰਨ ਲੱਗੀ। ਇਸ ਵਾਰ ਲੇਖਕ ਦੀ ਵੀ ਸਹਿਣ ਦੀ ਹੱਦ ਮੁੱਕ ਗਈ ਤੇ ਉਸ ਨੇ ਜਿਸ ਹਥਿਆਰਬੰਦ ਨੇ ਠੁੱਡਾ ਮਾਰਿਆ ਸੀ, ਉਸਦੇ ਜ਼ੋਰ ਨਾਲ ਇੱਕ ਥੱਪੜ ਜੜ ਦਿੱਤਾ। ਹਥਿਆਰਬੰਦ ਦੇ ਸਾਥੀ ਲੇਖਕ ਵੱਲ ਵਧਣ ਲੱਗੇ ਕਿ ਇੰਨੇ ਨੂੰ ਪੁਲਿਸ ਆ ਗਈ। ਸ਼ਾਇਦ ਕਿਸੇ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਸੀ ਹੀ, ਨਹੀਂ ਤਾਂ ਲੇਖਕ ਦਾ ਹਾਲ ਕੀ ਹੋਣਾ ਸੀ ਉਹਨੇ ਵੀ ਨਹੀਂ ਸੋਚਿਆ ਹੋਣਾ। ਪੁਲਿਸ ਦੀ ਗੱਡੀ ਦੇ ਸਾਇਰਨ ਦੀ ਆਵਾਜ਼ ਸੁਣ ਕੇ ਹਥਿਆਰਬੰਦ ਉੱਥੋਂ ਭੱਜ ਗਏ। ਪੁਲਿਸ ਨੇ ਆ ਕੇ ਮੌਕੇ ਦਾ ਹਾਲ ਦੇਖਿਆ ਤੇ ਉੱਥੇ ਖੜੇ ਲੋਕਾਂ ਤੋਂ ਤੇ ਆਂਢੀਆਂ-ਗੁਆਂਢੀਆਂ ਤੋਂ ਪੁੱਛ-ਗਿੱਛ ਕੀਤੀ ਤੇ ਵਿਕਟਮ ਵਿਅਕਤੀ ਦੇ ਬਿਆਨ ਨੋਟ ਕਰਕੇ ਲੈ ਗਈ। ਪੁਲਿਸ ਨੇ ਭਰੋਸਾ ਦਿਵਾਇਆ ਕਿ ਹਥਿਆਰਬੰਦਾਂ ਨੂੰ ਛੇਤੀ ਫੜ ਲਿਆ ਜਾਵੇਗਾ ਤੇ ਲਾਪਤਾ ਜਗਜੀਤ ਦੀ ਭਾਲ ਕੀਤੀ ਜਾਵੇਗੀ। ਪੁਲਿਸ ਦੇ ਜਾਣ ਮਗਰੋਂ ਗੁਆਂਢੀ ਵੀ ਆਪਣੇ ਘਰੇ ਚਲੇ ਗਏ। ਇੱਧਰ ਨਿਮਰਤ ਦਾ ਹਾਲ ਬੁਰਾ ਸੀ। ਉਹ ਜ਼ੋਰ-ਜ਼ੋਰ ਨਾਲ ਰੋ ਵੀ ਰਹੀ ਸੀ। ਲੇਖਕ ਤੋਂ ਉਸਦਾ ਹਾਲ ਦੇਖਿਆ ਨਹੀਂ ਜਾ ਰਿਹਾ ਸੀ। ਉਸਨੇ ਬੱਚਿਆਂ ਤੇ ਬੁਲਾਇਆ ਤੇ ਉਸਨੂੰ ਅੰਦਰ ਲੈ ਕੇ ਜਾਣ ਨੂੰ ਕਿਹਾ। ਤਿੰਨੇ ਬੱਚੇ ਉਸਨੂੰ ਅੰਦਰ ਲੈ ਗਏ। ਅਗਲੀ ਸਵੇਰ ਲੇਖਕ ਬੱਚਿਆਂ ਲਈ ਨਾਸ਼ਤਾ ਲੈ ਕੇ ਗਿਆ। ਲੇਖਕ ਵੀ ਘਰ ਵਿੱਚ ਇਕੱਲਾ ਸੀ। ਉਸਦੀ ਪਤਨੀ ਸਾਲ ਪਹਿਲਾਂ ਸੰਸਾਰ ਨੂੰ ਅਲਵਿਦਾ ਕਹਿ ਕੇ ਗਈ ਸੀ ਤੇ ਉਸਦੇ ਦੋਵੇਂ ਬੱਚੇ ਫੌਰਨ ਹੀ ਰਹਿ ਰਹੇ ਸਨ। ਜਦੋਂ ਲੇਖਕ ਉਹਨਾਂ ਵਾਸਤੇ ਨਾਸ਼ਤਾ ਲੈ ਕੇ ਗਿਆ ਤਾਂ ਤਿੰਨੇ ਬੱਚੇ ਬਹੁਤ ਖੁਸ਼ ਹੋਏ। ਉਹਨਾਂ ਦੇ 2 ਬੇਟੇ ਤੇ ਇੱਕ ਬੇਟੀ ਸੀ। ਬੇਟੀ ਦਾ ਨਾਮ ਕੋਮਲ, ਜੋ ਸਭ ਤੋਂ ਛੋਟੀ 6-7 ਵਰ੍ਹਿਆਂ ਦੀ ਸੀ ਤੇ 2 ਬੇਟੇ ਹੁਸਨ ਤੇ ਮਨਵੀਰ। ਹੁਸਨ ਸਭ ਤੋਂ ਵੱਡਾ 12 ਵਰ੍ਹਿਆਂ ਦਾ 7ਵੀਂ ਵਿੱਚ ਪੜ੍ਹਦਾ ਸੀ। ਹੁਸਨ ਸਮਝਦਾਰ ਸੀ ਤੇ ਆਪਣੇ ਛੋਟੇ ਭੈਣ-ਭਰਾਵਾਂ ਦਾ ਖਿਆਲ ਰੱਖਦਾ ਸੀ ਤੇ ਮਾਂ ਨਾਲ ਕੰਮ ਵਿੱਚ ਹੱਥ ਵਟਾਉਂਦਾ ਸੀ। ਹੁਸਨ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਸਵੇਰ ਦੀ ਰੋਟੀ ਨਹੀਂ ਖਾਧੀ ਤੇ ਮਾਂ ਰਾਤ ਦੀ ਲਗਾਤਾਰ ਰੋ ਰਹੀ ਹੈ। ਤਿੰਨੇ ਬੱਚੇ
ਬੱਚਿਆਂ ਨੇ ਚੁੱਪ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਨਿਮਰਤ ਕੀ ਮਹਿਸੂਸ ਕਰ ਰਹੀ ਸੀ ਇਹ ਤਾਂ ਉਹੀ ਜਾਣਦੀ ਸੀ। ਨਿਮਰਤ ਨੂੰ ਕੱਲ੍ਹ ਰਾਤ ਵਾਲੀ ਗੱਲ ਤਾਂ ਸਤਾ ਹੀ ਰਹੀ ਸੀ, ਨਾਲ ਹੀ ਉਸਦੇ ਪਤੀ ਜਗਜੀਤ ਦੇ 2 ਦਿਨ ਤੋਂ ਲਾਪਤਾ ਹੋਣ ਕਰਕੇ ਵੀ ਪਰੇਸ਼ਾਨ ਸੀ। ਲੇਖਕ ਉਸ ਨੂੰ ਦੇਖ ਕੇ ਮਹਿਸੂਸ ਕਰ ਸਕਦਾ ਸੀ ਕਿ ਉਹ ਮਾਨਸਿਕ ਤੌਰ 'ਤੇ ਕਿੰਨੀ ਪਰੇਸ਼ਾਨ ਹੋਵੇਗੀ। ਕੁਝ ਦੇਰ ਬਾਅਦ ਜਦੋਂ ਬੱਚਿਆਂ ਨੇ ਨਾਸ਼ਤਾ ਕਰ ਲਿਆ ਤਾਂ ਲੇਖਕ ਘਰ ਵਾਪਸ ਆ ਗਿਆ। ਉਸਨੇ ਨਿਮਰਤ 'ਤੇ ਵੀ ਬਹੁਤ ਜ਼ੋਰ ਪਾਇਆ, ਪਰ ਉਸਨੇ ਕੁਝ ਨਾ ਖਾਧਾ, ਭੁੱਖੀ ਬੈਠੀ ਰਹੀ। ਘਰ ਆ ਕੇ ਲੇਖਕ ਦਾ ਕਿਸੇ ਕੰਮ ਵਿੱਚ ਧਿਆਨ ਨਾ ਲੱਗਾ। ਉਹ ਸੋਚ ਰਿਹਾ ਸੀ ਉਹ ਕਿੱਦਾਂ ਉਸਦੀ ਮਦਦ ਕਰੇ। ਉਸ ਨੂੰ ਰਾਤ ਵਾਲੀ ਪੁਲਿਸ ਦਾ ਖਿਆਲ ਆਇਆ ਤੇ ਉਹ ਪੁਲਿਸ ਸਟੇਸ਼ਨ ਚਲਾ ਗਿਆ, ਪਰ ਉਹ ਜਿੰਨੀ ਆਸ ਨਾਲ ਗਿਆ ਸੀ ਉਨਾ ਹੀ ਨਿਰਾਸ਼ ਹੋ ਕੇ ਘਰ ਮੁੜ ਆਇਆ, ਕਿਉਂਕਿ ਪੁਲਿਸ ਨੂੰ ਨਾ ਤਾਂ ਜਗਜੀਤ ਦੀ ਕੋਈ ਸੂਹ ਮਿਲੀ, ਨਾ ਹੀ ਹਥਿਆਰਬੰਦ ਫੜੇ ਗਏ। ਉਸ ਨੇ ਸਟੇਸ਼ਨ ਤੋਂ ਬਾਹਰ ਨਿਕਲਦੇ ਸਾਰ ਹੀ ਉਸ ਨੇ ਇੰਸਪੈਕਟਰ ਨੂੰ ਫੋਨ 'ਤੇ ਗੱਲ ਕਰਦੇ ਸੁਣ ਲਿਆ। ਤੁਸੀਂ ਟੈਨਸ਼ਨ ਨਾ ਲਓ, ਕੇਸ ਰਫਾ ਦਫਾ ਕਰ ਦਿਆਂਗੇ ਤੇ ਉਸਦੇ ਬੰਦੇ ਵੀ ਬੇਪਰਵਾਹ ਰਹਿਣ। ਲੇਖਕ ਇਹ ਸੁਣ ਕੇ ਸਮਝ ਗਿਆ ਸੀ ਕਿ ਕੁੱਤੀ ਵੀ ਚੋਰਾਂ ਨਾਲ ਰਲੀ ਹੋਈ ਹੈ, ਇਹਨਾਂ ਨੇ ਕੁਝ ਨਹੀਂ ਕਰਨਾ। ਉਸ ਨੇ ਇਹ ਗੱਲ ਨਿਮਰਤ ਨੂੰ ਵੀ ਨਾ ਦੱਸਣੀ ਠੀਕ ਨਾ ਸਮਝੀ। ਉਹ ਤਾਂ ਪਹਿਲਾਂ ਹੀ ਪਰੇਸ਼ਾਨ ਹੈ, ਕਿਤੇ ਇਹ ਗੱਲ ਦਿਲ 'ਤੇ ਨਾ ਲਾ ਜਾਵੇ। ਸ਼ਾਮ ਹੋਈ ਤੇ ਉਹ ਦੁਬਾਰਾ ਨਿਮਰਤ ਦੇ ਘਰ ਗਿਆ। ਉਸ ਸਮੇਂ ਉਹ ਕੁਝ ਕੁ ਸੰਭਲੀ ਹੋਈ ਸੀ। ਤਿੰਨੇ ਜਵਾਕ ਵੀ ਵਿਹੜੇ ਵਿੱਚ ਖੇਡ ਰਹੇ ਸਨ। ਹੁਸਨ ਨੇ ਦਰਵਾਜ਼ਾ ਖੋਲ੍ਹਿਆ ਤੇ ਲੇਖਕ ਨੇ ਅੰਦਰ ਜਾਂਦੇ ਨੇ ਦੇਖਿਆ ਨਿਮਰਤ ਡਿਓਢੀ ਤੇ ਭਾਂਡੇ ਮਾਂਜ ਰਹੀ ਸੀ। ਇਸ ਤੋਂ ਲੇਖਕ ਨੇ ਅੰਦਾਜ਼ਾ ਲਗਾਇਆ ਕਿ ਘਰ ਦੁਪਹਿਰ ਦੀ ਰੋਟੀ ਪੱਕੀ ਸੀ। ਘੱਟੋ ਘੱਟ ਇੱਕ ਵਾਰ ਤਾਂ ਰੋਟੀ ਖਾ ਲਈ ਸੀ। ਹੁਸਨ ਨੇ ਲੇਖਕ ਨੂੰ ਘਰ ਦੇ ਮਹਿਮਾਨਖਾਨੇ 'ਚ ਬਿਠਾ ਦਿੱਤਾ, ਜਿੱਥੇ ਉਸਦੀ ਨਜ਼ਰ ਦੀਵਾਰ 'ਤੇ ਲੱਗੀ ਇੱਕ ਪੁਰਾਣੀ ਤਸਵੀਰ 'ਤੇ ਪਈ, ਜੋ ਲੇਖਕ ਦੇ ਸਕੂਲ ਦੀ ਸੀ। ਹੁਸਨ, ਅੰਕਲ ਜੀ ਪਾਣੀ। ਹੁਸਨ ਪਾਣੀ ਲੈ ਕੇ ਆਇਆ ਸੀ। ਇੰਨੇ ਨੂੰ ਨਿਮਰਤ ਵੀ ਆ ਗਈ। ਨਿਮਰਤ ਨੇ ਪੁੱਛਿਆ, ਨਿਮਰਤ, ਕੀ ਦੇਖਣ ਡਏ ਜੇ? ਇਹ ਮੇਰੇ ਸਕੂਲ ਦੀ ਤਸਵੀਰ ਹੈ, ਪਰ ਤੁਹਾਨੂੰ ਇਸ ਵਿੱਚ ਦਿਲਚਸਪੀ ਕਿਵੇਂ? ਲੇਖਕ, ਮੈਂ ਇਸੇ ਸਕੂਲ ਵਿੱਚ ਪੜ੍ਹਿਆ। ਨਿਮਰਤ ਇਹ ਸੁਣ ਕੇ ਹੈਰਾਨ ਹੋ ਗਈ। ਸ਼ਾਇਦ ਉਹਨਾਂ ਦੀ 10ਵੀਂ ਜਮਾਤ ਦਾ ਬੈਚ ਵੱਖਰਾ ਸੀ। ਨਿਮਰਤ, ਚਾਹ ਪੀਓਗੇ? ਲੇਖਕ ਉਸ ਨੂੰ ਮਨਾ ਨਾ ਕਰ ਸਕਿਆ। ਨਿਮਰਤ, ਤੁਸੀਂ ਬੈਠੋ, ਮੈਂ ਹੁਣੇ ਬਣਾ ਕੇ ਲਿਆਉਣੀ ਆ। ਇੰਨਾ ਆਖ ਉਹ ਰਸੋਈ 'ਚ ਚਾਹ ਬਣਾਉਣ ਚਲੀ ਗਈ। ਕੁਝ ਚਿਰ ਬਾਅਦ ਹੁਸਨ ਲੇਖਕ ਕੋਲ ਆ ਕੇ ਬੈਠ ਜਾਂਦਾ। ਲੇਖਕ, ਬੇਟਾ ਜੀ, ਤੁਸੀਂ ਸਕੂਲ ਜਾਂਦੇ ਹੋ? ਹੁਸਨ, ਹਾਂਜੀ ਅੰਕਲ ਜੀ, ਮੈਂ 7ਵੀਂ 'ਚ ਪੜ੍ਹਦਾ। ਮੈਨੂੰ ਪੜ੍ਹਨਾ ਬਹੁਤ ਪਸੰਦ ਹੈ। ਮੈਂ ਵੱਡਾ ਹੋ ਕੇ ਡਾਕਟਰ ਬਣਨਾ ਚਾਹੁੰਦਾ। ਲੇਖਕ, ਸ਼ਾਬਾਸ਼ ਬੇਟਾ, ਇੱਦਾਂ ਹੀ ਮਨ ਲਾ ਕੇ ਪੜ੍ਹਨਾ। ਹੁਸਨ, ਹਾਂ ਜੀ ਅੰਕਲ ਜੀ। ਅੱਛਾ ਅੰਕਲ ਜੀ, ਤੁਹਾਡੇ ਬੱਚੇ ਕਿੱਥੇ ਰਹਿੰਦੇ ਨੇ? ਲੇਖਕ, ਬੇਟਾ ਜੀ, ਉਹ ਤੁਹਾਡੇ ਤੋਂ ਕਾਫੀ ਵੱਡੇ ਨੇ, ਉਹ ਵਿਦੇਸ਼ ਰਹਿੰਦੇ ਆ। ਹੁਸਨ, ਅੱਛਾ, ਤੇ ਅੰਕਲ ਜੀ ਤੁਹਾਡੀ ਪਤਨੀ? ਲੇਖਕ ਨੇ ਹੁਣ ਮੌਨ ਲੈ ਲਿਆ। ਹੁਸਨ, ਕੀ ਹੋਇਆ ਅੰਕਲ ਜੀ, ਤੁਸੀਂ ਚੁੱਪ ਹੋ ਗਏ? ਇੰਨੇ ਨੂੰ ਨਿਮਰਤ ਚਾਹ ਲੈ ਕੇ ਆ ਗਈ। ਅਸੀਂ ਚਾਹ ਪੀਤੀ ਤੇ ਨਿਮਰਤ ਚਾਹ ਦੇ ਗਲਾਸ ਰੱਖਣ ਰਸੋਈ ਵਿੱਚ ਚਲੀ ਗਈ। ਲੇਖਕ ਹੁਸਨ ਨੂੰ, ਬੇਟਾ ਜੀ, ਕੱਲ੍ਹ ਤੁਸੀਂ ਘਬਰਾਏ ਤਾਂ ਨਹੀਂ? ਹੁਸਨ, ਸੱਚ ਦੱਸਾਂ ਅੰਕਲ ਜੀ, ਪਹਿਲਾਂ ਤਾਂ ਮੈਂ ਘਬਰਾ ਗਿਆ ਸੀ, ਪਰ ਜਦੋਂ ਤੁਸੀਂ ਗੰਦੇ ਅੰਕਲ ਦੇ ਚਪੇੜ ਮਾਰੀ ਤਾਂ ਮੇਰੇ 'ਚ ਪਤਾ ਨਹੀਂ ਕਿੱਥੋਂ ਹਿੰਮਤ ਆ ਗਈ। ਤੁਹਾਨੂੰ ਪਤਾ ਅੰਕਲ ਜੀ, ਪੁਲਿਸ ਨੂੰ ਫੋਨ ਕਿਹਨੇ ਕੀਤਾ? ਲੇਖਕ, ਨਹੀਂ ਤਾਂ। ਹੁਸਨ, ਮੈਂ ਹੀ ਕੀਤਾ ਸੀ। ਲੇਖਕ, ਹੈਂ, ਸੱਚੀ? ਹੁਸਨ, ਹਾਂਜੀ ਅੰਕਲ ਜੀ। ਲੇਖਕ, ਲੈ ਫੇਰ ਤਾਂ ਕਮਾਲ ਹੀ ਕਰ ਛੱਡੀ ਤੂੰ, ਇੱਦਾਂ ਹੀ ਦਲੇਰ ਬਣਿਆ ਰਹੀ। ਕੁਝ ਹੋਰ ਸਮਾਂ ਉੱਥੇ ਠਹਿਰ ਕੇ ਲੇਖਕ ਘਰ ਆ ਗਿਆ। ਇੱਦਾਂ ਹੀ ਕਰਦੇ ਸਮਾਂ ਬੀਤ ਗਿਆ। ਜਗਜੀਤ ਨੂੰ ਲਾਪਤਾ ਹੋਏ ਮਹੀਨਾ ਬੀਤ ਗਿਆ, ਜਿਸ ਕਰਕੇ ਨਿਮਰਤ ਜ਼ਿਆਦਾ ਹੀ ਪਰੇਸ਼ਾਨ ਰਹਿਣ ਲੱਗੀ। ਉਸ ਨੇ ਦੁਬਾਰਾ ਪੁਲਿਸ ਸਟੇਸ਼ਨ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਾਈ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਨਿਮਰਤ ਦੇ ਘਰ ਦਾ ਗੁਜ਼ਾਰਾ ਵੀ ਹੁਣ ਮੁਸ਼ਕਿਲ ਨਾਲ ਹੋ ਰਿਹਾ ਸੀ। ਉਹ ਹੁਣ 3 ਤੋਂ 2 ਤੋਂ 1 ਡੰਗ ਦੇ ਖਾਣੇ 'ਤੇ ਆ ਗਏ ਸੀ।
ਗੁਆਂਢ ਵਿੱਚੋਂ ਵੀ ਮਦਦ ਮਿਲਣੀ ਬੰਦ ਹੋ ਗਈ ਸੀ। ਨਹੀਂ ਤਾਂ ਕੋਈ ਨਾ ਕੋਈ ਬੱਚਿਆਂ ਦੇ ਮੂੰਹ ਨੂੰ ਥੋੜ੍ਹਾ ਬਹੁਤ ਦੇ ਹੀ ਦਿੰਦਾ ਸੀ। ਕੁਝ ਦਿਨ ਬਾਅਦ ਲੇਖਕ ਅੰਮ੍ਰਿਤਸਰ ਤੋਂ ਲੁਧਿਆਣੇ ਜਾਂਦਾ ਹੈ। ਜਦੋਂ ਉਹ ਸ਼ਾਮ ਨੂੰ ਵਾਪਸ ਪਰਤਦਾ ਹੈ ਤਾਂ ਉਸਨੂੰ ਲੱਗਦਾ ਹੈ ਜਿਵੇਂ ਬੱਸ ਸਟੈਂਡ 'ਤੇ ਉਸਨੇ ਹੁਸਨ ਨੂੰ ਦੇਖਿਆ ਹੋਵੇ। ਉਹ ਮਨ ਦਾ ਵਹਿਮ ਸਮਝ ਕੇ ਅੱਗੇ ਵੱਧ ਜਾਂਦਾ ਹੈ। ਜਦੋਂ ਲੇਖਕ ਸਵੇਰੇ ਨਿਮਰਤ ਦੇ ਘਰ ਉਸ ਨੂੰ ਤੇ ਬੱਚਿਆਂ ਨੂੰ ਮਿਲਣ ਜਾਂਦਾ ਹੈ ਤਾਂ ਉਸਨੂੰ ਨਿਮਰਤ ਤੇ ਹੁਸਨ ਨਹੀਂ ਦਿਖਦੇ। ਤਾਂ ਉਹ ਮਨਵੀਰ ਨੂੰ ਪੁੱਛਦਾ ਹੈ, ਮਨਵੀਰ ਅੰਕਲ ਜੀ ਮੰਮੀ ਮੰਦਰ ਗਏ ਨੇ ਤੇ ਵੀਰਾ ਕੰਮ 'ਤੇ। ਲੇਖਕ ਹੈਰਾਨੀ ਨਾਲ ਸੋਚਦਾ ਹੈ, ਕਿਹੜੇ ਕੰਮ 'ਤੇ? ਨਾਲੇ ਇੰਨੀ ਛੋਟੀ ਉਮਰ ਵਿੱਚ ਲੇਖਕ ਕਿਹੜੇ ਕੰਮ 'ਤੇ? ਮਨਵੀਰ ਜੀ ਅੰਕਲ ਜੀ ਲੁਧਿਆਣੇ ਗਿਆ, ਉੱਥੇ ਹੀ ਕਾਰਖਾਨੇ ਵਿੱਚ ਕੰਮ ਕਰਨ ਲੱਗਿਆ। ਲੇਖਕ ਹੈ ਲੁਧਿਆਣੇ? ਮਨਵੀਰ ਹਾਂਜੀ ਅੰਕਲ ਜੀ, ਕੀ ਤੁਹਾਨੂੰ ਨਹੀਂ ਪਤਾ? ਲੇਖਕ ਨਹੀਂ। 10 ਕੁ ਮਿੰਟਾਂ ਨੂੰ ਨਿਮਰਤ ਮੰਦਰ ਤੋਂ ਆ ਜਾਂਦੀ ਹੈ ਤੇ ਲੇਖਕ ਉਸ ਤੋਂ ਹੁਸਨ ਬਾਰੇ ਪੁੱਛਦਾ। ਨਿਮਰਤ ਕੀ ਦੱਸੀਏ ਭਾਜੀ, ਉਹਨਾਂ ਨੂੰ ਲਾਪਤਾ ਹੋਏ ਮਹੀਨੇ ਤੋਂ ਉੱਪਰ ਹੋ ਗਿਆ। ਘਰ ਦਾ ਗੁਜ਼ਾਰਾ ਵੀ ਮੁਸ਼ਕਿਲ ਹੋਇਆ ਪਿਆ। ਪਰਸੋਂ ਰਾਤ ਇੱਕ ਬੰਦਾ ਆਇਆ ਸੀ, ਕਹਿੰਦਾ ਜਗਜੀਤ ਉਹਨਾਂ ਦੇ ਹੀ ਕੰਮ ਕਰਦਾ ਸੀ। ਬੰਦਾ ਤਾਂ ਮੈਨੂੰ ਵੀ ਪਛਾਣਿਆ ਜਿਹਾ ਲੱਗਿਆ। ਕਹਿੰਦਾ ਜਗਜੀਤ 6 ਮਹੀਨੇ ਤੋਂ ਉਹਨਾਂ ਦਾ ਕਰਜ਼ਦਾਰ ਹੈ, ਵਿਆਜ ਤਾਂ ਕੀ ਮੂਲ ਵੀ ਨਹੀਂ ਮੋੜਦਾ। ਉਸਨੂੰ ਸ਼ੱਕ ਹੈ ਜਗਜੀਤ ਲੁਕ ਛਿਪ ਕੇ ਨਸ਼ੇ ਵੀ ਕਰਦਾ ਸੀ। ਉਹਨਾਂ ਦੀ ਦੁਕਾਨ ਤੋਂ ਅੰਦਾਜ਼ਨ 10 ਕੁ ਹਜ਼ਾਰ ਰੁਪਏ ਚੋਰੀ ਕਰਕੇ ਭੱਜ ਗਿਆ ਤੇ ਹੁਣ ਉਸਦੀ ਭਾਲ ਵੀ ਨਹੀਂ ਹੋ ਰਹੀ। ਇੰਨਾ ਆਖ ਨਿਮਰਤ ਦੀਆਂ ਅੱਖਾਂ ਸਿੱਲੀਆਂ ਹੋ ਗਈਆਂ। ਨਿਮਰਤ ਉਹ ਕਹਿੰਦੇ ਸਨ ਕਿ ਜਗਜੀਤ ਕਰਕੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਹੈ, ਜਿੱਥੋਂ ਵੀ ਕਰਕੇ ਉਹਨਾਂ ਦੀ ਰਕਮ ਵਿਆਜ ਸੂਦ ਸਮੇਤ ਵਾਪਸ ਕੀਤੀ ਜਾਵੇ। ਲੇਖਕ ਭਲਾ ਇਹ ਕੀ ਗੱਲ ਹੋਈ? ਉਹਨਾਂ ਨੂੰ ਵੀ ਪਤਾ ਤੁਹਾਡੇ ਘਰ ਦਾ ਕੀ ਹਾਲਤ ਠੀਕ ਨਹੀਂ, ਤੁਹਾਡੇ ਬੱਚੇ ਵੀ ਛੋਟੇ ਨੇ। ਨਿਮਰਤ ਭਾਜੀ ਮੈਂ ਵੀ ਇਹੀ ਕਿਹਾ ਸੀ। ਲੇਖਕ ਫੇਰ ਕੀ ਫੈਸਲਾ ਹੋਇਆ? ਨਿਮਰਤ ਭਾਜੀ ਫੈਸਲਾ ਕੀ ਹੋਣਾ, ਉਹ ਕਹਿੰਦੇ ਜੇ ਚਾਹੋ ਤਾਂ ਤੁਹਾਡਾ ਵੱਡਾ ਮੁੰਡਾ ਕਰਜ਼ਾ ਉਤਾਰ ਸਕਦਾ। ਲੇਖਕ ਅੱਛਾ, ਕੱਲ੍ਹ ਮੈਂ ਹੁਸਨ ਨੂੰ ਹੀ ਦੇਖਿਆ ਸੀ ਅੱਡੇ 'ਤੇ। ਨਿਮਰਤ ਹਾਂਜੀ ਭਾਜੀ, ਕੱਲ੍ਹ ਉਹਦਾ ਪਹਿਲਾ ਦਿਨ ਸੀ। ਨਿਮਰਤ ਦੀਆਂ ਗੱਲਾਂ ਤੋਂ ਲੱਗਦਾ ਸੀ ਉਸਨੂੰ ਬਾਲ ਮਜ਼ਦੂਰੀ ਦਾ ਨਹੀਂ ਪਤਾ, ਪਰ ਲੇਖਕ ਬਾਲ ਮਜ਼ਦੂਰੀ ਦਾ ਵਿਰੋਧੀ ਸੀ। ਲੇਖਕ ਪਰ ਇਹ ਗਲਤ ਹੈ। ਨਿਮਰਤ ਫੇਰ ਭਾਜੀ ਅਸੀਂ ਹੋਰ ਕੀ ਕਰ ਸਕਦੇ ਹਾਂ? ਜੇ ਹੁਸਨ ਬਾਹਰ ਜਾ ਕੇ ਨਹੀਂ ਕਮਾਏਗਾ ਤਾਂ ਅਸੀਂ ਭੁੱਖੇ ਮਰ ਜਾਵਾਂਗੇ। ਲੇਖਕ ਉਹ ਤਾਂ ਗੱਲ ਠੀਕ ਆ, ਪਰ ਬਾਲ ਮਜ਼ਦੂਰੀ ਅਪਰਾਧ ਹੈ, ਇਸ ਕਰਕੇ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ। ਨਿਮਰਤ ਹੈਰਾਨੀ ਨਾਲ ਹੈਂ ਸੱਚੀ? ਪਰ ਸਜ਼ਾ ਸਾਨੂੰ ਕਿਉਂ ਭਾਜੀ? ਅਸੀਂ ਤਾਂ ਮਜਬੂਰ ਹਾਂ, ਅਸੀਂ ਕਿਹੜਾ ਜਾਣ ਬੁੱਝ ਕੇ ਕਰ ਰਹੇ ਹਾਂ। ਲੇਖਕ ਭਾਵੇਂ ਤੁਹਾਡੇ ਲਈ ਇੱਕ ਮਜਬੂਰੀ ਆ, ਪਰ ਕਾਨੂੰਨ ਲਈ ਇੱਕ ਅਪਰਾਧ ਹੈ। ਮੇਰੀ ਮੰਨੋ ਹੁਸਨ ਨੂੰ ਹਟਾ ਲਵੋ। ਕੀ ਪਤਾ ਕਾਰਖਾਨੇ ਵਿੱਚ ਕੰਮ ਜੋਖਿਮ ਭਰਿਆ ਹੋਵੇ। ਕੀ ਤੁਹਾਡੀ ਮਜਬੂਰੀ ਤੁਹਾਡੀ ਮਮਤਾ ਤੋਂ ਜ਼ਿਆਦਾ ਏ? ਨਿਮਰਤ ਨਹੀਂ ਭਾਜੀ, ਮੈਂ ਹਰਗਿਜ਼ ਨਹੀਂ। ਮੈਂ ਆਪਣੇ ਬੱਚੇ ਨਾਲ ਅਨਿਆਏ ਨਹੀਂ ਹੋਣ ਦੇਵਾਂਗੀ। ਅੱਜ ਆਉਣ ਦਿਓ ਹੁਸਨ ਨੂੰ, ਮੈਂ ਗੱਲ ਕਰਾਂਗੀ ਕਿਉਂ ਕਿ ਉਹ ਕੱਲ੍ਹ ਤੋਂ ਕੰਮ 'ਤੇ ਨਾ ਜਾਵੇ। ਲੇਖਕ ਸ਼ਾਬਾਸ਼ ਨਿਮਰਤ, ਮੈਨੂੰ ਤੇਰੇ ਤੋਂ ਇਹੀ ਉਮੀਦ ਸੀ। 2 ਦਿਨ ਮਗਰੋਂ ਲਾਪਤਾ ਹੋਏ ਜਗਜੀਤ ਵੀ ਘਰ ਬੋਹੜ ਆਉਂਦਾ ਤੇ ਨਿਮਰਤ ਤੇ ਬੱਚੇ ਉਸਨੂੰ ਦੇਖ ਕੇ ਪਹਿਲਾਂ ਤਾਂ ਬਹੁਤ ਖੁਸ਼ ਹੁੰਦੇ ਹਨ, ਪਰ ਮਗਰੋਂ ਨਿਮਰਤ ਉਸ 'ਤੇ ਗੁੱਸਾ ਕੱਢਦੀ ਹੋਈ ਕਹਿੰਦੀ ਹੈ, ਨਿਮਰਤ ਕਿੱਥੇ ਸੀ ਇੰਨੇ ਦਿਨ? ਤੁਹਾਨੂੰ ਪਤਾ ਪਿੱਛੋਂ ਸਾਡਾ ਕਿੰਨਾ ਮਾੜਾ ਹਾਲ ਸੀ। ਜਗਜੀਤ ਮੈਨੂੰ ਮਾਫ਼ ਕਰ ਦੇ ਨਿਮਰਤ, ਮੈਂ ਆਪਣੀ ਗਲਤੀ 'ਤੇ ਸ਼ਰਮਿੰਦਾ ਹਾਂ। ਮੈਨੂੰ ਪਤਾ ਮੇਰੇ ਪਿੱਛੋਂ ਕਿੰਨੀ ਦਿੱਕਤ ਆਈ ਹੋਵੇਗੀ, ਪਰ ਮੈਂ ਮਜਬੂਰ ਸੀ। ਨਿਮਰਤ ਪਰਿਵਾਰ ਤੋਂ ਵੱਧ ਕੇ ਕਿਹੜੀ ਮਜਬੂਰੀ, ਜਿਹੜਾ ਛੱਡ ਕੇ ਚਲੇ ਗਏ। ਜਗਜੀਤ ਕੀ ਦੱਸਾਂ ਨਿਮਰਤ, ਅਸਲ 'ਚ ਮੈਂ ਪਿਛਲੇ 6 ਮਹੀਨੇ ਤੋਂ ਬੜੀ ਮਾੜੀ ਸੰਗਤ 'ਚ ਪੈ ਗਿਆ ਸੀ ਤੇ ਨਸ਼ੇ ਪੱਤੇ ਕਰਨ ਲੱਗ ਪਿਆ ਸੀ। ਮੈਂ ਇਸ ਤਲਬ ਨੂੰ ਪੂਰਾ ਕਰਨ ਲਈ ਮੈਂ ਮਾਲਕ ਤੋਂ ਪੈਸੇ ਉਧਾਰ ਫੜਦਾ ਰਿਹਾ ਤੇ ਜਦੋਂ ਉਸਨੇ ਪੈਸੇ ਦੇਣ ਤੋਂ ਇਨਕਾਰ ਕਰਤਾ ਤੇ ਮੈਂ ਨਸ਼ੇ ਦੀ ਤਲਬ ਵਿੱਚ
ਸੁੱਕ ਕੇ ਤੀਲਾ ਹੋ ਰਿਹਾ ਸੀ ਤਾਂ ਮੈਂ ਮਾਲਕ ਦੀ ਗੋਲਕ 'ਚੋਂ ਪੈਸੇ ਲੈ ਕੇ ਭੱਜ ਗਿਆ। ਉਸ ਰਾਤ ਮੈਂ ਘਰ ਨਹੀਂ ਆਇਆ ਤੇ ਬਿਹਾਰ ਚਲਾ ਗਿਆ। ਮੈਨੂੰ ਪਤਾ ਸੀ ਇੱਥੇ ਮਾਲਕ ਨੇ ਮੈਨੂੰ ਲੱਭ ਲੈਣਾ, ਪਰ ਥੋੜ੍ਹੇ ਦਿਨ ਘਰ ਤੋਂ ਦੂਰ ਰਹਿ ਕੇ ਅਹਿਸਾਸ ਹੋਇਆ ਮੈਂ ਇਹ ਗਲਤ ਕੀਤਾ। ਮੈਨੂੰ ਤੇਰੇ ਤੇ ਬੱਚਿਆਂ ਦੇ ਚਿਹਰਾ ਨਜ਼ਰ ਆ ਰਿਹਾ ਸੀ। ਮੈਂ ਖੁਦ ਨੂੰ ਦੋਸ਼ੀ ਮਹਿਸੂਸ ਕੀਤਾ। ਲੱਗ ਰਿਹਾ ਸੀ ਮੈਂ ਜਿਵੇਂ ਬਹੁਤ ਵੱਡਾ ਪਾਪ ਕਰ ਦਿੱਤਾ ਹੋਵੇ। 2 ਦਿਨ ਪਹਿਲਾਂ ਜਦੋਂ ਮੈਂ ਬਿਹਾਰ ਤੋਂ ਆਇਆ ਤਾਂ ਮੈਂ ਬੱਸ ਅੱਡੇ 'ਤੇ ਹੁਸਨ ਨੂੰ ਬੈਠਾ ਦੇਖਿਆ। ਨਿਮਰਤ: ਫਿਰ ਤੁਸੀਂ ਉਹਨੂੰ ਬੁਲਾਇਆ ਕਿਉਂ ਨਹੀਂ? ਉਹਨੇ ਨਹੀਂ ਦੇਖਿਆ ਤੁਹਾਨੂੰ? ਜਗਜੀਤ: ਨਹੀਂ, ਉਹਦਾ ਧਿਆਨ ਮੇਰੇ 'ਤੇ ਨਹੀਂ ਪਿਆ, ਵਰਨਾ ਮੈਂ ਕਿਹੜੇ ਮੂੰਹ ਲੈ ਕੇ ਉਸਦੇ ਅੱਗੇ ਜਾਂਦਾ। ਨਿਮਰਤ: ਹੁਣ ਵੀ ਤਾਂ ਆਉਣਾ ਪੈਣਾ। ਜਗਜੀਤ: ਹਾਂ ਮੈਂ ਜਾਣਦਾ, ਪਰ ਹੁਣ ਮੈਨੂੰ ਆਪਣੇ ਗੁਆਂਢੀ ਨੇ ਸਾਹਮਣਾ ਕਰਨ ਲਈ ਤਿਆਰ ਕਰ ਦਿੱਤਾ। ਨਿਮਰਤ: ਕਿਹਨੇ? ਭਾਜੀ ਨੇ। ਜਗਜੀਤ: ਹਾਂ, ਇਹ ਨੇਕ ਬੰਦੇ ਨੇ, ਉਹੀ ਨੇ ਜਿਹਨੇ ਮੈਨੂੰ ਪਾਪ ਦਾ ਭਾਗੀ ਬਣਨ ਤੋਂ ਬਚਾ ਲਿਆ। ਨਿਮਰਤ: ਪਾਪ? ਕੈਸਾ ਪਾਪ? ਜਗਜੀਤ: ਹਾਂ ਨਿਮਰਤ, ਜਦੋਂ ਮੈਂ ਅੱਡੇ 'ਤੇ ਉਤਰਿਆ ਤਾਂ ਮੈਨੂੰ ਭਾਜੀ ਮਿਲੇ ਤੇ ਉਹਨਾਂ ਨੇ ਮੈਨੂੰ ਪਿਆਰ ਨਾਲ ਸਮਝਾਇਆ ਤੇ ਮੈਨੂੰ ਹੁਸਨ ਦੇ ਫੈਕਟਰੀ ਕੰਮ ਕਰਨ ਦੇ ਬਾਬਤ ਦੱਸਿਆ। ਮੈਨੂੰ ਆਪਣੇ ਆਪ 'ਤੇ ਬਹੁਤ ਗੁੱਸਾ ਆਇਆ। ਮੈਂ ਸੋਚਣ ਲੱਗਾ ਮੈਂ ਕਿੰਨਾ ਗਲਤ ਫੈਸਲਾ ਲਿਆ ਸੀ, ਜਿਸ ਦਾ ਅੰਜਾਮ ਮੇਰੇ ਪਰਿਵਾਰ ਨੂੰ ਭੋਗਣਾ ਪਿਆ। ਤੇ ਭਾਜੀ ਨੇ ਮੈਨੂੰ ਸਾਰੀ ਬੀਤੀ ਕਹਾਣੀ ਦੱਸੀ। ਫਿਰ ਅਸੀਂ ਹੁਸਨ ਨੂੰ ਸਭ ਸਮਝਾ ਕੇ ਘਰ ਭੇਜ ਦਿੱਤਾ ਤੇ ਆਪ ਲੁਧਿਆਣੇ ਫੈਕਟਰੀ ਚਲੇ ਗਏ। ਨਿਮਰਤ: ਅੱਛਾ, ਹੁਸਨ ਤੁਹਾਨੂੰ ਪਹਿਲਾਂ ਹੀ ਮਿਲਿਆ ਸੀ? ਮੈਂ ਵੀ ਕਹਾਂ ਇੰਨੀ ਛੇਤੀ ਕਿਵੇਂ ਮੰਨ ਗਿਆ? ਜਗਜੀਤ: ਹਾਂ, ਫਿਰ ਅਸੀਂ ਜਿੱਥੇ ਹੁਸਨ ਕੰਮ ਕਰਦਾ ਉਸ ਮਾਲਿਕ ਨੂੰ ਮਿਲਣ ਫੈਕਟਰੀ ਗਏ। ਜਦੋਂ ਮੈਂ ਬਾਥਰੂਮ ਕਰਨ ਫੈਕਟਰੀ ਦੇ ਪਿਛਲੇ ਪਾਸੇ ਗਿਆ ਤਾਂ ਇੱਕ ਖੁੱਲ੍ਹੇ ਜਿਹੇ ਬਰਾਂਡੇ ਵਿੱਚ 13-14 ਸਾਲ ਦੇ ਬੱਚੇ ਬੈਠੇ ਸੀ, ਜਿਨ੍ਹਾਂ ਨੂੰ ਦੇਖ ਕੇ ਹੁਸਨ ਦੀ ਯਾਦ ਆ ਗਈ। ਕੋਲ ਗਿਆ ਤਾਂ ਉਹ ਦੀਵਾਲੀ ਦੇ ਪਟਾਕੇ ਬਣਾ ਰਹੇ ਸਨ। ਕੋਲ ਹੀ ਕੁਝ ਬੋਰੀਆਂ ਪਈਆਂ ਸਨ ਜਿਸ 'ਚ ਸ਼ਾਇਦ ਬਰੂਦ ਸੀ। ਕੋਲ ਹੀ ਧਾਗਾ, ਕਾਗਜ਼ ਤੇ ਪੈਕਿੰਗ ਵਾਲੇ ਡੱਬੇ ਪਏ ਸੀ। ਮੈਂ ਤੁਰੰਤ ਮਾਮਲਾ ਸਮਝ ਗਿਆ। ਭਾਜੀ ਵੀ ਕਹਿਣ ਲੱਗੇ, ਇੱਥੇ ਬੱਚਿਆਂ ਤੋਂ ਕੰਮ ਲਿਆ ਜਾਂਦਾ, ਇਸ ਦੀ ਖਬਰ ਪੁਲਿਸ ਨੂੰ ਕਰਨੀ ਚਾਹੀਦੀ ਹੈ। ਫੇਰ ਕੀ ਸੀ? ਭਾਜੀ ਨੇ ਪੁਲਿਸ ਨੂੰ ਫੋਨ ਲਗਾਇਆ। ਪੁਲਿਸ ਆਈ, ਮਾਲਕ ਤੇ ਬਾਲ ਮਜ਼ਦੂਰੀ ਕਰਨ ਦਾ ਪਰਚਾ ਪਾ ਕੇ ਲੈ ਗਈ। ਮਗਰੋਂ ਪੁਲਿਸ ਨੇ ਫੈਕਟਰੀ ਨੂੰ ਕੁਝ ਦਿਨਾਂ ਲਈ ਸੀਲ ਕਰ ਦਿੱਤਾ ਤੇ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ। ਜਦੋਂ ਜਾਂਦੀ ਵਾਰੀ ਭਾਜੀ ਨੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਦੱਸਿਆ, ਬਾਲ ਮਜ਼ਦੂਰੀ ਕਰਨਾ ਕਿੰਨਾ ਵੱਡਾ ਅਪਰਾਧ ਹੈ। ਰੱਬ ਨਾ ਕਰੇ ਜੇਕਰ ਬੱਚਿਆਂ ਦੀ ਅਣਗਹਿਲੀ ਨਾਲ ਇੱਥੇ ਅਣਸੁਖਾਵਾਂ ਵਾਪਰ ਜਾਂਦਾ, ਫੇਰ ਮਾਲਕ ਇਹਨਾਂ ਦੇ ਹਿੱਤਾਂ ਦੀ ਕੋਈ ਪਰਵਾਹ ਨਹੀਂ ਕਰਦੇ, ਸਗੋਂ ਇਹ ਆਪਣੇ ਮਤਲਬ ਦੀ ਆੜ ਹੇਠ ਨਿਆਣਿਆਂ ਤੇ ਮਾਸੂਮ ਬੱਚਿਆਂ ਦੀ ਜਾਨ ਨੂੰ ਵੀ ਦਾਅ 'ਤੇ ਲਾ ਦਿੰਦੇ ਹਨ। ਅੱਜ ਬਸ ਇੰਨਾ ਹੀ। ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।